ਅੱਜ ਅਸੀਂ ਡਿਸਕਸ ਕਰਨਾ ਹੈ ਇੰਟੀਗਰਲ ਆਫ e ਟੂ ਦਾ ਪਾਵਰ ax sin bx dx ਐਂਡ ਇੰਟੀਗਰਲ ਆਫ e ਟੂ ਦਾ ਪਾਵਰ ax cos bx dx ਯਾਨੀ e ਦੀ ਕੋਈ ਪਾਵਰ ਦੇ ਨਾਲ sin ਤੇ e ਦੀ ਕੋਈ ਪਾਵਰ ਦੇ ਨਾਲ cos ਹੋਵੇ ਤਾਂ ਉਹਦਾ ਇੰਟੀਗ੍ਰੇਸ਼ਨ ਕਿਸ ਤਰੀਕੇ ਨਾਲ ਕਰਨਾ ਹੈ। ਤਾਂ ਇਹਦੇ ਲਈ ਆ ਦੋ ਫਾਰਮੂਲੇ ਸਾਡੇ ਕੋਲ e ਟੂ ਦਾ ਪਾਵਰ ax sin bx dx ਦਾ ਇੰਟੀਗ੍ਰੇਸ਼ਨ e ਟੂ ਦਾ ਪਾਵਰ ax upon a square plus b square into a sin bx माइनस बी cos bx। ਇੱਥੇ ਆ a b ਕੀ ਨੇ ਖਿਆਲ ਕਰ ਲੈਣਾ। a ਕੀ ਹੈ e ਟੂ ਦਾ ਪਾਵਰ ax ਦੇ ਵਿੱਚ x ਦਾ ਕੋਫੀਸ਼ੀਐਂਟ ਹੈ ਤੇ ਇਸੇ ਤਰ੍ਹਾਂ b ਕੀ ਹੈ sin bx ਦੇ ਵਿੱਚ x ਦਾ ਕੋਫੀਸ਼ੀਐਂਟ b ਹੈ। ਠੀਕ ਹੈ ਨਾ, ਇਹਨਾਂ ਦਾ ਸਕੁਆਇਰ ਕਰਕੇ ਜੋੜਨਾ। ਇੱਥੇ ਵੀ ਇਹੀ a ਵੀ ਲੱਗਣੇ ਨੇ ਤੇ ਇਸੇ ਤਰੀਕੇ ਨਾਲ e ਟੂ ਦਾ ਪਾਵਰ ax cos bx dx ਕਾਹਦੇ ਇਕੁਅਲ ਹੁੰਦਾ ਹੈ e ਟੂ ਦਾ ਪਾਵਰ ax upon a square plus b square इंटू a cos bx प्लस b sin bx। ख्याल करना साइन वाले फार्मूले में इत्थे माइनस हुंदा है ते cos वाले फार्मूले दे विच इत्थे प्लस हुंदा है। ठीक है, हुण आपां इन्हां नूं प्रूव करदे हां क्योंकि कई बार साडे कोले सीधा ही ऐसे दा इंटीग्रेशन पुछिया हुंदा है। ठीक है, तां सानूं ये फार्मूला याद होण दे नाल नाल इहनूं प्रूव करना भी आउणा चाहीदा। ठीक है, कई बार ऐसे दा प्रूफ ही पुछिया हुंदा क्वेश्चन। ਤਾਂ ਆਪਾਂ ਕੀ ਕਰਦੇ ਇਹਨੂੰ ਲੈਟ ਕਰ ਲੈਣਾ i ਦੇ ਇਕੁਅਲ। ਤਾਂ ਇੱਥੇ ਕੀ ਕਰਾਂਗੇ u ਇਕੁਅਲਸ ਟੂ ax ਤੇ v ਇਕੁਅਲਸ ਟੂ sin bx। ਖਿਆਲ ਕਰੋ ਅਸੀਂ ਕਦੇ ਵੀ ਐਕਸਪੋਨੈਂਸ਼ੀਅਲ ਫੰਕਸ਼ਨ ਨੂੰ u ਨਹੀਂ ਲੈਂਦੇ ਹੁੰਦੇ ਕਿਉਂਕਿ ਐਕਸਪੋਨੈਂਸ਼ੀਅਲ ਫੰਕਸ਼ਨ ਦੀ ਜਿਹੜੀ ਪ੍ਰਾਇੋਰਟੀ ਹੈ ਸਭ ਤੋਂ ਘੱਟ ਹੁੰਦੀ ਹੈ। ਤਾਂ ਇਹਦੀ ਪ੍ਰਾਇੋਰਟੀ ਜ਼ਿਆਦਾ ਹੈ, ਇਹਨੂੰ ਵੈਸੇ u ਲੈਂਦੇ ਹੁੰਦੇ ਆ ਪਰ ਇਸ ਪਰਟੀਕੂਲਰ ਕੁਐਸਚਨ ਦੇ ਵਿੱਚ ਅਸੀਂ e ਟੂ ਦਾ ਪਾਵਰ ax ਨੂੰ u ਲਵਾਂਗੇ ਤੇ sin bx ਨੂੰ ਵੀ ਲਵਾਂਗੇ। ਠੀਕ ਹੈ ਕਿ ਨਹੀਂ। ਤਾਂ ਇਸ ਤਰੀਕੇ ਨਾਲ ਇੱਕ ਜਿਹੜਾ ਕੁਐਸਚਨ ਹੈ ਥੋੜਾ ਸੌਖਾ ਹੋ ਜਾਏਗਾ। ਤਾਂ ਇਹਦੇ ਵਿੱਚ ਅਸੀਂ ਕੀ ਕਰਨਾ, ਖਿਆਲ ਰੱਖਣ ਵਾਲੀ ਗੱਲ ਹੈ, ਨੋਟ ਕਰਨ ਵਾਲੀ ਗੱਲ ਹੈ ਵੀ ਐਕਸਪੋਨੈਂਸ਼ੀਅਲ ਫੰਕਸ਼ਨ ਨੂੰ ਅਸੀਂ ਯੂ ਲੈਣਾ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੂੰ ਵੀ ਲੈਣਾ ਹੈ। ਤਾਂ ਇਹਦਾ ਕੀ ਇੰਟੀਗ੍ਰੇਸ਼ਨ ਹੋਏਗਾ, ਹੁਣ ਬਾਈ ਪਾਰਟਸ ਕਰਦੇ ਹਾਂ। ਯੂ ਨੂੰ ਛੱਡਤਾ ਵੀ ਦਾ ਇੰਟੀਗ੍ਰੇਸ਼ਨ ਮਾਈਨਸ u ਦਾ डिफरेंशिएशन e टू द पावर ax ਦਾ डिफरेंशिएशन e टू द पावर ax फिर ax ਦਾ डिफरेंशिएशन a। ठीक है, ਤੇ v ਦਾ ਇੰਟੀਗ੍ਰੇਸ਼ਨ ਨਾਲ ਫਿਰ ਇਹਦਾ ਦੁਬਾਰਾ ਇੰਟੀਗ੍ਰੇਸ਼ਨ ਹੋਏਗਾ। ਠੀਕ ਹੈ, ਤਾਂ ਹੁਣ ਕੀ ਹੋਇਆ ਆ 1/b ਬਾਹਰ ਚਲਾ ਗਿਆ e टू द पावर ax ਮਾਈਨਸ v ਬਾਹਰ ਚਲਾ ਗਿਆ e टू द पावर ax cos bx ਆ ਗਿਆ ਪਲੱਸ ਇੱਥੇ a/b ਆ ਬਾਹਰ ਆ ਜਾਏਗਾ ਮਾਈਨਸ ਮਾਈਨਸ ਪਲੱਸ ਵੀ ਆ ਜਾਏਗਾ। ਹੁਣ ਸਾਡੇ ਕੋਲ ਬਚੇਗਾ e ਟੂ ਦਾ ਪਾਵਰ ax cos bx dx। ਇੱਥੇ ਫਿਰ ਉਸੇ ਤਰੀਕੇ ਨਾਲ e ਟੂ ਦਾ ਪਾਵਰ ax ਨੂੰ ਅਸੀਂ u ਲਵਾਂਗੇ cos bx ਨੂੰ ਅਸੀਂ v ਲਵਾਂਗੇ। ਫਿਰ ਦੁਬਾਰਾ ਤੋਂ ਇੰਟੀਗ੍ਰੇਸ਼ਨ ਕਰਾਂਗੇ e ਟੂ ਦਾ ਪਾਵਰ ax ਨੂੰ ਛੱਡਤਾ ਇਹਦਾ ਇੰਟੀਗ੍ਰੇਸ਼ਨ ਕਰਤਾ ਮਾਈਨਸ ਇਹਦਾ ਡਿਫਰੈਂਸ਼ੀਏਸ਼ਨ ਤੇ ਇਹਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ। ਠੀਕ ਹੈ, ਤਾਂ ਇਹਦੇ 'ਚ ਕੀ ਹੋਏਗਾ ਹੁਣ ਕਿ ਆ ਹੋ ਗਿਆ 1/b e ਟੂ ਦਾ ਪਾਵਰ ax sin bx ਇੱਥੇ ਮਾਈਨਸ a/b फिर बाहर आ जाएगा इंटीग्रेशन ऑफ e टू द पावर ax sin bx dx बचेगा है ना। आ की चीज़ बन गई ये दोबारा तो i बन गया। देखो i की वैल्यू सी ना इंटीग्रल ऑफ e टू द पावर ax sin bx तो आ साढ़े को दोबारा तो i बन गया। तो 1/b इंटू i लिख लाँगे। हुण आ जिहड़ा 1/b नहीं सॉरी a/b इंटू i लिख लाँगे। ठीक है, तो हुण आ जिहड़ा a/b सीगा इहनूं अंदर आपां मल्टीप्लाई कर देंगे तो हो जाएगा a/b स्क्वायर e टू द पावर ax sin bx माइनस a स्क्वायर अपॉन b स्क्वायर इंटू i। आई वाला टर्म है जो इधरले पासे ले आवेंगे माइनस का से इधर आके की हो जाएगा ये प्लस हो जाएगा। तो इधर आके प्लस होया तो i प्लस a स्क्वायर अपॉन b स्क्वायर इंटू i इक्वल्स टू -1/b e टू द पावर ax cos bx हो गया तो आ a/b स्क्वायर e टू द पावर ax sin bx हो गया। ठीक है, तो ਇਹਦੇ ਚੋਂ i ਕਾਮਨ ਕੱਢ ਲਿਆ ਲੈਫਟ ਹੈਂਡ ਸਾਈਡ 'ਚ। ਠੀਕ ਹੈ ਨਾ, ਤੇ ਇਹਦਾ ਐਲਸੀਐਮ ਲੈ ਲਿਆ ਇਹ ਹੋ ਗਿਆ a ਸਕੁਆਇਰ ਪਲੱਸ b ਸਕੁਆਇਰ ਅਪੋਨ b ਸਕੁਆਇਰ ਇਨਟੂ i ਹੈ ਨਾ। ਇਹਦੇ ਚੋਂ ਕੀ ਕਰਿਆ ਅਸੀਂ ਇਹਨੂੰ ਅਸੀਂ ਬਣਾ ਲਾਂਗੇ b ਸਕੁਆਇਰ ਇਹਦੇ 'ਚ ਐਲਸੀਐਮ ਲੈਣਾ। ਵੈਸੇ ਐਲਸੀਐਮ ਲੈ ਲਓ ਜਾਂ ਕਹਿ ਲਓ ਕਿ 1/b ਸਕੁਆਇਰ ਅਸੀਂ ਬਾਹਰ ਕਾਮਨ ਕੱਢ ਲਿਆ ਤਾਂ ਉਹਨੂੰ ਕਾਮਨ ਕੱਢਣ ਵਾਸਤੇ ਤਾਂ ਅਸੀਂ ਦੇਖੋ ਇੱਥੇ ਸਾਡੇ ਕੋਲੇ b ਸੀਗਾ ਇੱਥੇ b ਸਕੁਆਇਰ ਸੀ ਤਾਂ ਇੱਥੇ ਤਾਂ b ਕਾਮਨ ਨਿਕਲਣਾ ਸੀਗਾ ਇਕੱਲਾ 1/b पर असी b स्क्वायर कॉमन इस करके कढ़े ताकि असी इस b स्क्वायर नाल इनू कैंसल कर सकीए बाद। तो b स्क्वायर कॉमन किस तरीके नाल निकलेगा, असी इत्थे b नाल मल्टीप्लाई कर देंगे वो b नाल उपर थल्ले
ਮਲਟੀਪਲਾਈ ਕਰ ਦਾਂਗੇ ਤਾਂ b/b² ਬਣ ਜਾਏਗਾ। ਸਾਡੇ ਕੋਲ ਹੈਗਾ ਨਾ 1/b, ਅਸੀਂ ਇਹਨੂੰ ਜਦੋਂ ਮਲਟੀਪਲਾਈ ਕਰਾਂਗੇ b ਤੇ b ਨਾਲ ਹੀ ਡਿਵਾਈਡ ਕਰ ਦਿਆਂਗੇ ਤੇ ਹੋ ਜਾਏਗਾ b/b²। ਠੀਕ ਹੈ। ਹੁਣ ਇੱਥੇ b/b² ਸੀ, ਇੱਥੋਂ b² ਜਦੋਂ ਕਾਮਨ ਕੱਢਾਂਗੇ ਤਾਂ ਇੱਥੇ ਕੀ ਬਚੇਗਾ, b ਬਚੇਗਾ। ਤਾਂ -b e⁴ cos bx ਐਂਡ ਇੱਥੋਂ ਆ ਸਾਰਾ a ਬਚ ਗਿਆ e⁴ sin bx। ਠੀਕ ਹੈ ਨਾ। ਆ ਪਲੱਸ ਵਾਲਾ ਅਸੀਂ ਅੱਗੇ ਲਿਖ ਲਿਆ, ਮਾਈਨਸ ਵਾਲਾ ਅਸੀਂ ਪਿੱਛੇ ਲਿਖ ਲਿਆ। ਆ ਜਿਹੜਾ 1b² ਨਾਲ b² ਹੈ ਕੈਂਸਲ ਹੋ ਜਾਏਗਾ ਹੁਣ। ਠੀਕ ਹੈ ਨਾ। ਕੀ ਹੋਏਗਾ, b² ਨਾਲ b² ਕੈਂਸਲ ਹੋ ਜਾਏਗਾ। ਸਾਡੇ ਕੋਲ a² + b² ਬਚਿਆ ਸੀ, ਇਹ ਇੱਧਰ ਆ ਕੇ ਡਿਵਾਈਡ ਹੋ ਜਾਏਗਾ ਤੇ ਆ ਅਸੀਂ ਇੱਧਰ ਲਿਖ ਲਿਆ, ਇਹਨੂੰ ਅਸੀਂ ਇੱਧਰ ਲਿਖ ਲਿਆ ਮਾਈਨਸ ਵਾਲੇ ਨੂੰ, ਤੇ ਆ ਸਾਡਾ ਆਨਸਰ ਆ ਗਿਆ। ਇਹੀ ਅਸੀਂ ਪ੍ਰੂਵ ਕਰਨਾ ਸੀ। ਇਸੇ ਤਰ੍ਹਾਂ ਸੈਕੰਡ ਪਾਰਟ ਆ ਜਿਹੜਾ ਇਹਦਾ, ਇੰਟਰਗਰਲ ਆਫ e⁴ax cos bx dx। ਇਹਦੇ 'ਚ ਵੀ ਅਸੀਂ ਇਸੇ ਤਰੀਕੇ ਨਾਲ e⁴ax ਨੂੰ u ਲਵਾਂਗੇ, cos bx ਨੂੰ v ਲਵਾਂਗੇ। ਤਾਂ ਇੰਟੀਗ੍ਰੇਸ਼ਨ ਕਰਾਂਗੇ ਜਦੋਂ u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ, v ਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ। ਠੀਕ ਹੈ। ਤਾਂ ਇੱਥੇ 1/b e⁴ax sin bx ਬਣ ਗਿਆ। ਇੱਥੇ a/b ਬਾਹਰ ਆ ਜਾਏਗਾ ਤੇ ਬਚੇਗਾ e⁴ax sin bx dx। ਠੀਕ ਹੈ ਨਾ। ਇੱਥੇ ਫਿਰ ਬਾਈ ਪਾਰਟਸ ਅਸੀਂ ਇੰਟੀਗ੍ਰੇਟ ਕਰਾਂਗੇ, ਇਹਨੂੰ u ਲੈ ਲਿਆ, ਇਹਨੂੰ v ਲੈ ਲਿਆ। 1a/b ਸਾਡੇ ਕੋਲ ਬਾਹਰ ਹੈ, ਇਹਨੂੰ u ਲਿਆ ਤੇ ਇਹਨੂੰ v ਲਿਆ ਤੇ ਅਸੀਂ ਇੰਟੀਗ੍ਰੇਟ ਕਰਾਂਗੇ ਜਦੋਂ ਕੀ ਆਏਗਾ, u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ, v ਦੇ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ। ਠੀਕ ਹੈ ਨਾ। ਤਾਂ ਇੱਥੇ ਹੁਣ ਕੀ ਹੋਏਗਾ, a/b ਬਾਹਰ ਲਿਆਂਦਾ ਸੀ, ਆ ਮਾਈਨਸ ਵੀ ਬਾਹਰ ਲਿਆਂਦਾ, ਪਲੱਸ ਹੋ ਜਾਏਗਾ। ਤਾਂ ਇਹ ਬਣਿਆ a + a/b। ਆ ਸਾਡੇ ਕੋਲ ਬਚਿਆ e⁴ax cos bx dx ਦਾ ਇੰਟੀਗ੍ਰੇਸ਼ਨ। ਤੇ ਇਹ ਕੀ ਸੀਗਾ ਸਾਡੇ ਕੋਲ, ਇਹਦੀ i ਦੀ ਵੈਲਿਊ ਸੀਗੀ, ਇਹਦੀ ਥਾਂ ਤੇ ਅਸੀਂ i ਲਿਖ ਲਿਆ। ਹੁਣ -a/b ਨਾਲ ਅੰਦਰ ਮਲਟੀਪਲਾਈ ਕਰਾਂਗੇ ਤਾਂ ਕੀ ਹੋ ਜਾਏਗਾ, ਆ ਮਾਈਨਸ ਮਾਈਨਸ ਪਲੱਸ ਹੋ ਕੇ a/b² e⁴ax cos bx ਬਣ ਜਾਏਗਾ। ਠੀਕ ਹੈ ਨਾ। a/b² e⁴ax cos bx ਤੇ ਆ ਹੋ ਜਾਏਗਾ ਮਾਈਨਸ ਪਲੱਸ ਮਾਈਨਸ a² b² i। ਠੀਕ ਹੈ ਨਾ। ਇਹਨੂੰ i ਵਾਲੇ ਟਰਮ ਨੂੰ ਫਿਰ ਉੱਧਰ ਲੈ ਜਾਵਾਂਗੇ, i ਕਾਮਨ ਕੱਢ ਲਾਂਗੇ, ਐਲਸੀਐਮ ਲੈ ਲਾਂਗੇ। ਇੱਧਰ ਵੀ ਉਸੇ ਤਰੀਕੇ ਨਾਲ ਸਾਡੇ ਕੋਲੇ ਆ ਚੀਜ਼ ਬਚੀਆਂ, ਦੋ ਬਚ ਗਈਆਂ ਸਾਡੇ ਕੋਲੇ। ਇਹਨਾਂ 'ਚੋਂ ਅਸੀਂ ਉਸੇ ਤਰੀਕੇ ਨਾਲ 1/b² ਕਾਮਨ ਕੱਢ ਲਾਂਗੇ ਤਾਂ ਇੱਥੇ ਇੱਕ b ਆ ਜਾਏਗਾ, b e⁴ax sin bx ਪਲੱਸ a e⁴ax cos bx ਆ ਜਾਏਗਾ। ਆ b² ਨਾਲ ਇੱਧਰ b² ਜਿਹੜਾ ਹੈਗਾ ਆਪਸ 'ਚ ਕੈਂਸਲ ਹੋ ਜਾਣਗੇ। ਆ ਜਿਹੜਾ a² + b² ਇੱਧਰ ਆ ਕੇ 1 ਨਾਲ ਡਿਵਾਈਡ ਹੋ ਜਾਏਗਾ। ਤਾਂ i = 1/a² + b² a e⁴ax cos bx plus b e⁴ax sin bx plus c ਸਾਡੇ ਕੋਲੇ ਆ ਗਿਆ। ਇਹ ਹੀ ਅਸੀਂ ਪ੍ਰੂਵ ਕਰਨਾ ਸੀ। ਠੀਕ ਹੈ ਜੀ। ਸੋ ਆਪਾਂ ਹੁਣੇ ਦੋਨੇ ਇਹ ਫਾਰਮੂਲੇ ਪ੍ਰੂਵ ਕੀਤੇ ਹੈ। ਜੇ ਸਾਡੇ ਕੋਲੇ 1 ਮਾਰਕ ਦਾ ਕੁਐਸਚਨ ਇਹਦੇ ਨਾਲ ਰਿਲੇਟਡ ਪੁੱਛਿਆ ਜਾਂਦਾ ਤਾਂ ਅਸੀਂ ਸਿੱਧਾ ਫਾਰਮੂਲਾ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਸਾਨੂੰ ਕੋਈ ਪੁੱਛੇ e⁴2x sin 3x dx ਦੀ ਵੈਲਿਊ ਤੇ ਕਿਹਾ ਜਾਵੇ 1 ਮਾਰਕ ਦਾ ਕੁਐਸਚਨ ਹੋਵੇ ਸਾਡੇ ਕੋਲੇ ਤਾਂ ਅਸੀਂ ਸਿੱਧਾ ਆਹ ਵਾਲਾ ਫਾਰਮੂਲਾ ਜਿਹੜਾ ਸਾਈਨ ਵਾਲਾ ਅਪਲਾਈ ਕਰ ਸਕਦੇ ਹਾਂ। ਇਹਦੀ ਵੈਲਿਊ ਕੀ ਆਏਗੀ ਹੁਣ, e⁴ax upon a² plus b² ਆ ਸਾਡਾ a ਹੈ ਤੇ ਆ b ਹੈ। ਠੀਕ ਹੈ ਨਾ। ਇਨਟੂ ਇੱਥੇ ਹੁੰਦਾ ਫਿਰ a sin bx ਯਾਨੀ 2 sin 3x minus b cos bx plus c। ਇਹ ਸਾਡਾ ਆਨਸਰ ਹੋ ਗਿਆ। ਤੈਨੂੰ ਥੋੜਾ ਜਿਹਾ ਸੋਲਵ ਕਰਕੇ ਲਿਖਦੇ ਨੇ e⁴2x ਆ 2 ਦਾ ਸਕੁਆਇਰ ਹੋ ਗਿਆ 4 ਤੇ ਆ ਹੋ ਗਿਆ 9, 4 ਤੇ 9 ਹੋ ਗਿਆ 13, 2 sin 3x minus 3 cos 3x plus c। ਇਹ ਸਾਡਾ ਆਨਸਰ ਹੋ ਜਾਏਗਾ। ਜੇ 1 ਮਾਰਕ ਦਾ ਕੁਐਸਚਨ ਪੁੱਛਿਆ ਤਾਂ ਅਸੀਂ ਇਹਨੂੰ ਸਿੱਧਾ ਇਸ ਤਰੀਕੇ ਨਾਲ ਕਰ ਸਕਦੇ ਹਾਂ। ਜੇ ਜ਼ਿਆਦਾ ਦਾ ਪੁੱਛਿਆ ਤਾਂ ਫਿਰ ਸਾਨੂੰ ਇਹ ਪੂਰਾ ਇਸ ਤਰੀਕੇ ਨਾਲ ਸਟੈਪ ਬਾਏ ਸਟੈਪ ਕਰਕੇ ਦਿਖਾਉਣਾ ਪਏਗਾ। ਠੀਕ ਹੈ ਜੀ। ਹੁਣ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਦੇ ਹਾਂ। ਤਾਂ ਫਸਟ ਐਗਜ਼ਾਮਪਲ ਹੈ ਐਗਜ਼ਾਮਪਲ 101।
इंटरग्रल ऑफ ई टू द पावर 2x sin 3x dx। ठीक है ना, ਅਸੀਂ ਉਸੇ ਤਰ੍ਹਾਂ e टू द पावर 2x ਨੂੰ u ਲਵਾਂਗੇ, sin 3x ਨੂੰ v ਲਵਾਂਗੇ, ਤਾਂ u ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ, ਆ ਮਾਈਨਸ ਮਾਈਨਸ ਬਾਹਰ ਆ ਕੇ प्लस हो जाऊगा, 2/3 बाहर आ जाऊगा, इंटरग्रल ऑफ ई टू द पावर 2x cos 3x dx हो जाएगा। फिर उस तरीके इनू असी u लवांगे, इनू v लवांगे, u नू छड्डता v का इंटीग्रेशन माइनस u का डिफरेंशिएशन v का इंटीग्रेशन का फिर इंटीग्रेशन। ठीक है, इतने 2/3 फिर उस तरह बाहर आ जाएगा, e टू द पावर 2x sin 3x dx हो जाएगा। इस चीज़ में असी i लिया सी, तो ये साडा हुण i हो गया, तो 2/3 ਨਾਲ अंदर मल्टीप्लाई कर देंगे तो आ हो जाएगा, इतने साढ़े को 3 सीगा बटे दे विच, ते हो जाएगा 2/9 e टू द पावर 2x sin 3x माइनस 4/9 इंटू आई हो जाएगा, अब 4/9 आई इधर जाके पॉजिटिव हो जाएगा। ठीक है, हुण इन्हूं असीं ऐड कर लांगे, आई बाहर कढ़ लो, इत्थे हो जाएगा 1 + 9 4/9, एलसीएम लवांगे तो 13/9 हो जाएगा। ਇੱਥੇ ਵੀ ਇਸੇ ਤਰੀਕੇ ਨਾਲ ਅਸੀਂ 3 ਤੇ 9 ਦੇ ਵਿੱਚੋਂ 9 ਐਲਸੀਐਮ ਲੈ ਲਾਂਗੇ, 9 ਐਲਸੀਐਮ ਲਵਾਂਗੇ ਤਾਂ 3 ਇੱਥੇ ਮਲਟੀਪਲਾਈ ਹੋ ਜਾਏਗਾ, ਤਾਂ 3 - 3 इंटू e टू द पावर 2x cos 3x हो जाएगा, ਇੱਥੇ ਐਵੇਂ ਜਿਵੇਂ ਰਹਿ ਜਾਏਗਾ 2 इंटू cos e टू द पावर 2x sin 3x बाय 9। ਆ ਜਿਹੜਾ ਬਾय 9 ਹੈ ਇਹਨੂੰ ਬਾਹਰ ਕੱਢ ਲਿਆ ਕਾਮਨ, ਤੇ 9 ਨਾਲ 9 कैंसिल हो जाएगा, 13 ਇੱਧਰ ਆ ਕੇ डिवाइड हो जाएगा। ठीक है, ਹੁਣ ਆ ਦੇਖੋ ਉਹੀ ਚੀਜ਼ ਬਣ ਗਈ ਕਿ ਨਾ, ਜਿਹੜੀ ਸਾਡੀ ਫਾਰਮੂਲਾ ਸੀਗਾ, ਫਾਰਮੂਲਾ ਕੀ ਸੀਗਾ, e टू द पावर ax sin bx dx ਕਾਹਦੇ ਇਕੁਅਲ ਸੀਗਾ, e टू द पावर ax अपॉन a स्क्वायर प्लस b स्क्वायर इंटू a sin bx माइनस b cos bx प्लस c ਸੀਗਾ। ਹੁਣ ਇੱਥੇ ਤੁਹਾਡੇ ਕੋਲੇ ए की थां 2 है तो b की थां 3 है, तो आपदे आप ही असीं भरांगे, इत्थे आ जाऊगा e टू द पावर 2x, इत्थे 2 ते 3 भरांगे तो 13 हो जाएगा, 4 ते 9 13 है ना, तो इत्थे आ जाऊगा साडे कोले 2 sin 3x माइनस 3 cos 3x प्लस c। सो ये फार्मूले की हैल्प नाल असीं सीधा ही कर सकते हैं, ठीक है, पर 1 मार्क के क्वेश्चन में इस तरह करना, नहीं तो असं इदा पूरा करके दिखावांगे। ऐसे दा सैकेंड पार्ट i = इंटरग्रल ऑफ e टू द पावर -x cos x dx। हुण इत्थे a दी वैल्यू -1 है तो b की वैल्यू 1 है, असीं इहनूं u ते इहनूं v लवांगे तो इंटीग्रेट करांगे, u नूं छड्डता v का इंटीग्रेशन माइनस u का डिफरेंशिएशन, यानी e टू द पावर x माइनस x का डिफरेंशिएशन माइनस e टू द पावर -x sin x dx है ना, आ माइनस बाहर आके प्लस हो जाऊगा, e टू द पावर -x sin x dx हो जाएगा। इनू फिर उस तरह u ते v लवांगे, u नूं छड्डता v का इंटीग्रेशन माइनस u का डिफरेंशिएशन v का इंटीग्रेशन, आ माइनस माइनस प्लस हो गया, प्लस माइनस फिर माइनस हो गया, तो आ दीवार तो साडा की बन गया, आई बन गया। आई नूं उधर ले जाके असी प्लस कर देंगे, 2i हो जाएगा। ठीक है ना, बाकी आ साडे कोले बचा रहेगा, आ 2 नूं इधर लाके डिवाइड कर देंगे, साडा आंसर आ जाएगा। नैक्सट है साडे कोले एग्जाम्पल 102, इंटरग्रल ऑफ e टू द पावर ax cos bx प्लस c। तो थोड़ा जा फर्क पाया इत्थे, आप करते हैं, देखो e टू द पावर ax cos bx प्लस c इंटरग्रल उस इंटीग्रेशन उस तरीके नाल करांगे, इनू u ते इनू v लवांगे, u नूं छड्डता v का इंटीग्रेशन cos bx प्लस c का इंटीग्रेशन sin bx प्लस c अपॉन b का x का कोफिशिएंट b हेठ आ जाएगा, माइनस ਇਹਦਾ डिफरेंशिएशन a e टू द पावर ax ਤੇ ਇਹਦਾ इंटीग्रेशन sin bx प्लस c अपॉन b dx है ना, a अपॉन b कॉन्स्टेंट बाहर कॉमन आ गया, e टू द पावर ax sin bx प्लस c हो गया। उस तरीके नाल फिर इनू u ते इनू v लवांगे, u नूं छड्डता v का इंटीग्रेशन माइनस u का डिफरेंशिएशन v का इंटीग्रेशन। ठीक है, तो आ माइनस 1 अपॉन b इंटू आ चीज़ बन गई,
ਤੇ ਇੱਧਰ ਵੀ a upon b ਬਾਹਰ ਆ ਜਾਊਗਾ ਤੇ ਮਾਈਨਸ ਵੀ ਬਾਹਰ ਆ ਕੇ ਪਲੱਸ ਹੋ ਜਾਊਗਾ e to the power ax cos bx plus c into dx ਆ ਗਿਆ ਸਾਡੇ ਕੋਲ ਹੈ ਨਾ। ਤੇ ਆ ਫਿਰ ਸਾਡਾ i ਬਣ ਗਿਆ ਤਾਂ a upon b i ਹੋ ਗਿਆ। ਅੰਦਰ ਇਹਨੂੰ ਉਸੇ ਤਰੀਕੇ ਨਾਲ a upon b ਨੂੰ ਮਲਟੀਪਲਾਈ ਕਰਾਂਗੇ, ਇਹਨੂੰ ਉੱਧਰ ਲਿਜਾਵਾਂਗੇ, ਐਲਸੀਐਮ ਲਵਾਂਗੇ, b ਸਕੁਅਰ ਕੈਂਸਲ ਕਰ ਦਿਆਂਗੇ ਤੇ ਆ ਸਾਡਾ ਆਨਸਰ ਆਪਦੇ ਆਪ ਆ ਜਾਏਗਾ। ਹਰ ਇੱਕ ਸਵਾਲ ਦੇ ਵਿੱਚ ਸੇਮ ਹੀ ਚੀਜ਼ ਅਸੀਂ ਕਰ ਰਹੇ ਹਾਂ ਤਾਂ ਵਾਰੀ-ਵਾਰੀ ਉਹਨੂੰ ਜ਼ਿਆਦਾ ਡਿਸਕਸ ਕਰਨ ਦੀ ਜ਼ਰੂਰਤ ਨਹੀਂ। ਤੁਹਾਨੂੰ ਗੱਲ ਇੱਕ ਵਾਰੀ ਸਮਝਾਤੀ, ਹਰ ਸਵਾਲ ਦੇ ਵਿੱਚ ਤੁਸੀਂ ਦੇਖੋ ਉਹੀ ਮੈਥਡ ਆ ਜਿਹੜਾ ਉਹਨਾਂ ਲੀਹਾਂ ਤੇ ਹੀ ਅਸੀਂ ਤੁਰੇ ਆ ਰਹੇ ਹਾਂ, ਠੀਕ ਹੈ ਨਾ। ਇਹਦੇ ਵਿੱਚ ਦੇਖੋ i equals to sin log x dx। ਹੁਣ ਤੁਹਾਨੂੰ ਇਹਦਾ ਲੱਗ ਰਿਹਾ ਹੋਵੇਗਾ ਵੀ ਉਹਦੇ ਵਰਗਾ ਤਾਂ ਕੁਐਸਚਨ ਹੈ ਨਹੀਂਗਾ, ਪਰ ਤੁਹਾਨੂੰ ਪਤਾ ਇਹਦੇ 'ਚ e to the power x ਹੈ ਨਹੀਂ ਨਾ, ਤਾਂ ਅਸੀਂ ਜੇ log x ਨੂੰ t ਲੈਣੇ ਹੁੰਦੇ, ਤੁਹਾਨੂੰ ਯਾਦ ਹੋਣਾ ਪਿੱਛੇ ਅਸੀਂ ਕੁਐਸਚਨ ਕਿਹੜਾ ਸੀ ਵੀ ਜੇ ਅਸੀਂ log x ਨੂੰ t ਲੈ ਲਈਏ ਤਾਂ x equals to e to the power t ਬਣ ਜਾਂਦੀ ਹੈ e ਹੈ ਨਾ, ਤਾਂ dx equals to e to the power t dt ਬਣ ਜਾਂਦਾ। ਤਾਂ ਇੱਥੇ ਹੁਣ ਲਿਖੋ ਆ ਹੋ ਗਿਆ sin t ਤੇ dx ਦੀ ਥਾਂ ਤੇ ਅਸੀਂ ਲਿਖਾਂਗੇ e t dt, ਠੀਕ ਹੈ ਨਾ। ਹੁਣ ਇਹ ਬਣ ਗਿਆ e to the power ax sin bx। ਉਸੇ ਤਰੀਕੇ ਨਾਲ ਕਰਾਂਗੇ ਹੁਣ ਇਹਨੂੰ u ਤੇ ਇਹਨੂੰ v ਲਵਾਂਗੇ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ dx ਮਾਈਨਸ ਮਾਈਨਸ ਬਾਹਰ ਆ ਕੇ ਪਲੱਸ ਹੋ ਗਿਆ। ਇੱਥੇ ਫੇਰ ਉਸੇ ਤਰ੍ਹਾਂ u ਵੀ ਬਣ ਗਿਆ, u ਨੂੰ ਇਹਨੂੰ ਅਸੀਂ u ਤੇ v ਲਵਾਂਗੇ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ ਦਾ ਫੇਰ ਇੰਟੀਗ੍ਰੇਸ਼ਨ। ਤਾਂ ਆਹ ਚੀਜ਼ ਫਿਰ ਉਸੇ ਤਰੀਕੇ ਨਾਲ i ਬਣ ਗਈ ਕਿ ਨਹੀਂ। ਇਹਦੀ ਥਾਂ ਤੇ i ਲਿਖ ਦਿਆਂਗੇ, i ਉੱਧਰ ਜਾ ਕੇ ਜੁੜ ਜਾਏਗਾ, ਠੀਕ ਹੈ। ਤੇ ਬਾਕੀ ਜੋ ਰਹਿ ਗਿਆ e ਦੀ t ਦੀ ਥਾਂ ਤੇ ਉਹਦੀ ਵੈਲਿਊ ਪੁੱਟ ਕਰਕੇ ਸਾਡਾ ਆਨਸਰ ਆ ਜਾਊਗਾ। ਤਾਂ e to the power t upon 2 sin t ਪਲੱਸ ਦਾ ਤੇ ਮਾਈਨਸ cos t ਪਲੱਸ c ਹੋ ਗਿਆ। ਤੇ ਹੁਣ ਅਸੀਂ t ਦੀ ਥਾਂ ਤੇ ਵੈਲਿਊ ਪੁੱਟ ਕਰਾਂਗੇ ਤਾਂ e to the power t ਦੀ ਥਾਂ ਤੇ x ਆ ਜਾਏਗਾ ਤੇ sin t ਦੀ ਥਾਂ ਤੇ sin log x, cos t ਦੀ ਥਾਂ ਤੇ cos log x plus c, ਠੀਕ ਹੈ। ਇਸੇ ਤਰ੍ਹਾਂ ਦਾ ਹੁਣ ਥਰਡ ਪਾਰਟ ਹੈ i equals to integral of e to the power x cos square x dx। ਹੁਣ ਇੱਥੇ ਵੀ cos ਇਹ bx ਨਹੀਂ ਕਿਤੇ ਵੀ ਬਣਦਾ, cos ਦਾ ਸਕੁਆਇਰ ਹੈ, cos ਦੀ ਪਾਵਰ ਦਿੱਤੀ ਹੋਈ ਹੈ। ਤਾਂ ਸਾਨੂੰ ਪਤਾ ਹੀ ਹੈ ਵੈਸੇ ਵੀ ਅਸੀਂ ਪਹਿਲਾਂ ਕਰਦੇ ਹਾਂ cos ਸਕੁਆਇਰ ਦਾ ਸਿੱਧਾ ਇੰਟੀਗ੍ਰੇਸ਼ਨ ਨਹੀਂ ਸੀ ਕਰਦੇ ਹੁੰਦੇ, cos ਸਕੁਆਇਰ ਦੀ ਥਾਂ ਤੇ ਹਮੇਸ਼ਾ ਅਸੀਂ ਇਸ ਤਰ੍ਹਾਂ ਲਿਖਦੇ ਹਾਂ 1 plus cos 2x upon 2, ਠੀਕ ਹੈ ਕਿ cos ਸਕੁਆਇਰ x ਦਾ ਫਾਰਮੂਲਾ, cos 2x ਵਾਲਾ ਫਾਰਮੂਲਾ। ਇਹਦੇ ਚੋਂ ਹੁਣ 1 upon 2 ਬਾਹਰ ਚਲਾ ਗਿਆ ਕਨਸਟੈਂਟ, e to the power x into 1 plus cos 2x ਰਹਿ ਗਿਆ। e to the power x ਨੂੰ ਅੰਦਰ ਮਲਟੀਪਲਾਈ ਕਰਾਂਗੇ ਤਾਂ e to the power x plus e to the power x cos 2x ਹੋ ਗਿਆ। ਇਹਨਾਂ ਦਾ ਇੰਟੀਗ੍ਰੇਸ਼ਨ ਅਲੱਗ-ਅਲੱਗ ਕਰਤਾ, ਇਹਦਾ ਇੰਟੀਗ੍ਰੇਸ਼ਨ ਤਾਂ ਸਾਨੂੰ ਆਉਂਦਾ ਹੀ ਹੈ e to the power x ਦਾ ਇੰਟੀਗ੍ਰੇਸ਼ਨ e to the power x ਹੁੰਦਾ, ਇਹ ਤਾਂ ਖਤਮ ਹੋ ਗਿਆ। ਸਾਡੇ ਕੋਲ ਆ ਰਹਿ ਗਿਆ e to the power x cos 2x ਦਾ ਇੰਟੀਗਰਲ, ਠੀਕ ਹੈ ਕਿ ਨਹੀਂ। ਤਾਂ ਇਹਦਾ ਇੰਟੀਗਰਲ ਅਸੀਂ ਹੁਣੇ ਕਰਕੇ ਆਏ e to the power ax cos bx ਵਾਲਾ ਜਿਹੜਾ ਹੁਣੇ ਅਸੀਂ ਫਾਰਮੂਲਾ ਡਿਸਕਸ ਕੀਤਾ ਹੈ, ਤਾਂ ਉਸ ਮੈਥਡ ਨਾਲ ਅਸੀਂ ਇਹਨੂੰ ਕਰਾਂਗੇ। ਤਾਂ ਅਸੀਂ ਇਹਨੂੰ ਇੱਥੇ ਕੀ ਕਰ ਲਿਆ i1 ਲੈ ਲਿਆ, ਤਾਂ ਅਸੀਂ ਤਾਂ ਕਿ ਇਹਨੂੰ ਅਲੱਗ ਇੱਥੋਂ ਹੇਠਾਂ ਕਰਕੇ ਇਹਦਾ ਇੰਟੀਗ੍ਰੇਸ਼ਨ ਉਹਦੀ ਵੈਲਿਊ ਇੱਥੇ ਲਿਆ ਕੇ ਪੁੱਟ ਕਰ ਦਿਆਂਗੇ। ਨਹੀਂ ਤਾਂ ਸਾਨੂੰ ਕੀ ਕਰਨਾ ਪਏਗਾ, ਜੇ ਅਸੀਂ i1 ਨਹੀਂ ਲੈਂਦੇ ਤਾਂ ਆਹ ਸਾਰਾ ਜਿਹੜਾ ਪੋਰਸ਼ਨ ਸੋਲਵ ਹੋ ਚੁੱਕਿਆ ਉਹ ਵੀ ਸਾਨੂੰ ਸਾਰਾ ਨਾਲ ਲਿਖਣਾ ਪੈਣਾ ਸੀਗਾ। ਤਾਂ ਅਸੀਂ ਆਪਦੇ ਟਾਈਮ ਦੀ ਜਿਹੜੀ ਹੈ ਬਚਤ ਕੀਤੀ ਹੈ, ਤਾਂ ਕੀ ਕੀਤਾ ਅਸੀਂ ਅੱਡ ਲਿਖ ਲਿਆ 1/2, ਇਹਨੂੰ ਅਸੀਂ i1 ਲਿਖ ਲਿਆ ਤੇ i1 ਨੂੰ ਅਸੀਂ ਹੁਣ ਇਕੱਲੇ ਨੂੰ ਸੋਲਵ ਕਰਾਂਗੇ। ਤਾਂ i1 ਨੂੰ ਸੋਲਵ ਕਰਨ ਦਾ ਉਹੀ ਮੈਥਡ ਹੈ ਜਿਹੜਾ ਹੁਣੇ ਕਰਕੇ ਹਟੇ ਸੀ। i1 ਇਕੁਅਲਸ ਟੂ ਕੀ ਹੈ ਇੰਟੀਗਰਲ ਆਫ e to the power ax cos 2x dx ਹੈ ਨਾ। ਇੱਥੇ ਅਸੀਂ ਇਹਨੂੰ u ਲੈ ਲਾਂਗੇ, ਇਹਨੂੰ v ਲੈ ਲਾਂਗੇ, ਤਾਂ u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ, ਠੀਕ ਹੈ ਨਾ। ਉਸ ਤੋਂ ਬਾਅਦ ਆ 1/2 e to the power x cos 2x ਇਹ ਹੋ ਗਿਆ ਮਾਈਨਸ 1/2 ਇਹਦੇ 'ਚ ਵੀ ਬਾਹਰ ਆ ਗਿਆ e to the power x sin 2x dx ਹੋ ਗਿਆ। ਇਹਨੂੰ u v ਲੈ ਕੇ ਫਿਰ ਉਸੇ ਤਰੀਕੇ ਨਾਲ ਇੰਟੀਗ੍ਰੇਸ਼ਨ ਕਰਾਂਗੇ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ। ਹੁਣ ਆ ਇਹਦੇ 'ਚੋਂ ਮਾਈਨਸ ਬਾਹਰ ਕਾਮਨ ਆ ਕੇ ਪਲੱਸ ਹੋ ਗਿਆ ਤੇ 1/2 ਵੀ ਬਾਹਰ ਆ ਗਿਆ ਤੇ ਆ ਸਾਡੇ ਕੋਲੇ ਬਣ ਗਿਆ ਦੁਬਾਰਾ ਤੋਂ i1 ਬਣ ਗਿਆ, ਜਿਹਨੂੰ ਅਸੀਂ i1 ਲਿਆ ਹੋਇਆ ਸੀਗਾ। ਤਾਂ ਇਹਦੀ ਥਾਂ ਤੇ ਅਸੀਂ i1 ਲਿਖ ਲਿਆ। 1/2 ਨੂੰ ਅੰਦਰ ਮਲਟੀਪਲਾਈ ਕਰਾਂਗੇ ਤਾਂ ਪਲੱਸ ਹੋ ਜਾਏਗਾ, ਪਲੱਸ 1/4 e to the power x cos 2x ਹੋ ਜਾਏਗਾ। ਆ ਮਾਈਨਸ ਪਲੱਸ ਮਾਈਨਸ ਹੋ ਕੇ 1/4 e to the power 1/4 i1 ਹੋ ਜਾਏਗਾ। ਇਹ ਇੱਧਰ ਲਿਆ ਕੇ ਮਾਈਨਸ ਵਾਲਾ ਇੱਧਰ ਲਿਆ ਕੇ ਪਲੱਸ ਕਰ ਦਿਆਂਗੇ, ਐਲਸੀਐਮ ਲੈ ਲਾਂਗੇ, ਜੋੜ ਦਿਆਂਗੇ ਹੈ ਨਾ। ਉਸ ਤੋਂ ਬਾਅਦ ਆ 4 ਨਾਲ 4 ਕੈਂਸਲ ਹੋ ਜਾਏਗਾ, ਆ 5 ਇੱਧਰ ਆ ਕੇ ਡਿਵਾਈਡ ਹੋ ਜਾਏਗਾ e to the power x
ਤੇ ਇੱਥੇ ਵੀ ਜਦੋਂ ਅਸੀਂ 4 ਐਲਸੀਐਮ ਲਵਾਂਗੇ ਤੇ ਇੱਥੇ 2 ਆਏਗਾ 2 sin 2x ਪਲੱਸ e ਟੂ ਦਾ ਪਾਵਰ x ਜਿਹੜਾ ਹੈਗਾ ਉਹ ਵੀ ਬਾਹਰ ਕਾਮਨ ਲੈ ਲਿਆ ਅਸੀਂ cos 2x ਹੋ ਜਾਏਗਾ। ਠੀਕ ਹੈ, ਤਾਂ I1 ਦੀ ਆ ਵੈਲਿਊ ਆ ਗਈ, ਇਹ ਵੈਲਿਊ ਅਸੀਂ 1 ਚ ਪੁੱਟ ਕਰਾਂਗੇ ਤਾਂ ਇਸੇ ਤਰੀਕੇ ਨਾਲ ਸਾਡੇ ਕੋਲ ਆ ਜਾਏਗਾ 1/2 e ਟੂ ਦਾ ਪਾਵਰ x ਸੀਗਾ 1/2 ਇੰਟੂ i ਸੀਗਾ ਸਾਡੇ ਕੋਲ, ਤਾਂ i ਦੀ ਆ ਵੈਲਿਊ ਪੁੱਟ ਕਰਤੀ ਤਾਂ ਮਲਟੀਪਲਾਈ ਹੋ ਕੇ 1/10 ਹੋ ਗਿਆ ਪਲੱਸ c ਸਾਡੇ ਕੋਲ ਆਨਸਰ ਆ ਗਿਆ। ਸੋ ਇਸ ਤਰੀਕੇ ਨਾਲ ਬੜੇ ਸਿੰਪਲ ਕੁਐਸਚਨਸ ਨੇ ਪਰ ਇੰਪੋਰਟੈਂਟ ਨੇ, ਬੜੇ ਆਉਂਦੇ ਨੇ ਇਹ ਪੇਪਰ ਦੇ ਵਿੱਚ, ਤਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਹੈਗਾ। ਤੇ ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਆ ਸਾਡੇ ਕੋਲ 19.22 ਇਹਦੇ ਕੁਐਸਚਨ ਨੰਬਰ 1 to 11 ਇਹ ਤੁਸੀਂ ਸਾਰੇ ਕਰਕੇ ਵੇਖ ਲੈਣੇ ਹਨ। ਸੋ ਅੱਜ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਕੱਲ੍ਹ ਨੂੰ ਇਸ ਤੋਂ ਨੈਕਸਟ ਜਿਹੜਾ ਟੌਪਿਕ ਹੈ ਕੱਲ੍ਹ ਨੂੰ ਸਟਾਰਟ ਕਰਾਂਗੇ।